ਹਰ ਡੈਸ਼ ਇੱਕ ਗਲੋਬਲ ਭਾਈਚਾਰਾ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਮਨਾਉਣ ਲਈ ਇਕੱਠਾ ਹੁੰਦਾ ਹੈ, ਜੋ ਸੁਨਾਮੀ ਗਿਆਨ ਅਤੇ ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ। ਆਪਸ਼ਨ ਏ 2 ਨਵੰਬਰ, ਬੀ 3 ਨਵੰਬਰ, ਸੀ 4 ਨਵੰਬਰ, ਡੀ 5 ਨਵੰਬਰ। ਆਪਸ਼ਨ ਡੀ 5 ਨਵੰਬਰ। ਹਰ 5 ਨਵੰਬਰ ਨੂੰ ਇੱਕ ਗਲੋਬਲ ਭਾਈਚਾਰਾ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਮਨਾਉਣ ਲਈ ਇਕੱਠਾ ਹੁੰਦਾ ਹੈ। ਸੁਨਾਮੀ ਗਿਆਨ ਅਤੇ ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ। ਸੁਨਾਮੀ ਬਹੁਤ ਹੀ ਵਿਨਾਸ਼ਕਾਰੀ ਸ਼ਕਤੀ ਵਾਲੀਆਂ ਕੁਦਰਤੀ ਆਫਤਾਂ ਹਨ, ਜੋ ਅਕਸਰ ਪਾਣੀ ਦੇ ਅੰਦਰ ਗੜਬੜੀਆਂ ਜਿਵੇਂ ਕਿ ਭੂਚਾਲ, ਜਵਾਲਾਮੁਖੀ ਫਟਣ, ਜ਼ਮੀਨ ਖਿਸਕਣ ਅਤੇ ਇੱਥੋਂ ਤੱਕ ਕਿ ਬਾਹਰੀ ਟਕਰਾਵਾਂ ਕਾਰਨ ਹੁੰਦੀਆਂ ਹਨ। ਨੈਕਸਟ ਕੁਐਸਚਨ 2023 ਦੇ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਦਾ ਥੀਮ ਕੀ ਹੈ? ਇਹ ਇੱਕ ਸੁਰੱਖਿਅਤ ਭਵਿੱਖ ਲਈ ਲਚਕੀਲੇਪਣ ਦਾ ਨਿਰਮਾਣ ਕਰਨਾ, ਬੀ ਕਮਜ਼ੋਰ ਭਾਈਚਾਰਿਆਂ ਦੀ ਰੱਖਿਆ ਕਰਨਾ, ਸੀ ਲਚਕੀਲੇ ਭਵਿੱਖ ਲਈ ਅਸਮਾਨਤਾ ਨਾਲ ਲੜਨਾ, ਡੀ ਗਲੋਬਲ ਆਫਤ ਦੀ ਤਿਆਰੀ ਨੂੰ ਵਧਾਉਣਾ। ਆਪਸ਼ਨ ਸੀ ਲਚਕੀਲੇ ਭਵਿੱਖ ਲਈ ਅਸਮਾਨਤਾ ਨਾਲ ਲੜਨਾ। ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਦਾ 2023 ਥੀਮ ਇੱਕ ਲਚਕੀਲੇ ਭਵਿੱਖ ਲਈ ਅਸਮਾਨਤਾ ਨਾਲ ਲੜਨਾ, ਆਫਤ ਘਟਾਉਣ ਲਈ ਅੰਤਰਰਾਸ਼ਟਰੀ ਦਿਵਸ ਦੌਰਾਨ ਅਸਮਾਨਤਾ ਨੂੰ ਘਟਾਉਣ 'ਤੇ ਜ਼ੋਰ ਦਿੰਦਾ ਹੈ। ਥਰਡ ਕੁਐਸਚਨ, ਡੈਸ਼ ਨੂੰ ਵਿਸ਼ਵ ਬਾਇਓਸਫੀਅਰ ਰਿਜ਼ਰਵ ਲਈ ਅੰਤਰਰਾਸ਼ਟਰੀ ਦਿਵਸ ਮਨਾਉਂਦਾ ਹੈ ਅਤੇ ਇੱਕ ਦਿਨ ਯੂਨੈਸਕੋ ਦੁਆਰਾ 2022 ਵਿੱਚ ਆਪਣੀ 41ਵੀਂ ਜਨਰਲ ਕਾਨਫਰੰਸ ਦੌਰਾਨ ਸਥਾਪਿਤ ਕੀਤਾ ਗਿਆ ਸੀ। ਏ 1 ਨਵੰਬਰ, ਬੀ 2 ਨਵੰਬਰ, ਸੀ 3 ਨਵੰਬਰ, ਡੀ 4 ਨਵੰਬਰ। ਰਾਈਟ ਆਨਸਰ ਸੀ 3 ਨਵੰਬਰ। 3 ਨਵੰਬਰ ਨੂੰ ਵਿਸ਼ਵ ਬਾਇਓਸਫੀਅਰ ਰਿਜ਼ਰਵ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਇੱਕ ਦਿਨ ਯੂਨੈਸਕੋ ਦੁਆਰਾ 2022 ਵਿੱਚ ਆਪਣੀ 41ਵੀਂ ਜਨਰਲ ਕਾਨਫਰੰਸ ਦੌਰਾਨ ਸਥਾਪਿਤ ਕੀਤਾ ਗਿਆ ਸੀ। ਫੋਰਥ ਕੁਐਸਚਨ, ਇੱਕ ਇਤਿਹਾਸਕ ਘਟਨਾਕ੍ਰਮ ਵਿੱਚ 5 ਸਾਲਾਂ ਦੇ ਕਾਰਜਕਾਲ ਲਈ ਸ਼੍ਰੀ ਸੋਮਨਾਥ ਟਰੱਸਟ SST ਦੇ ਚੇਅਰਮੈਨ ਵਜੋਂ ਕਿਸ ਨੂੰ ਚੁਣਿਆ ਗਿਆ? ਏ ਭੁਪਿੰਦਰ ਭਾਈ ਪਟੇਲ, ਬੀ ਨਰਿੰਦਰ ਮੋਦੀ, ਸੀ ਲਾਲ ਕ੍ਰਿਸ਼ਨ ਅਡਵਾਨੀ, ਡੀ ਦ੍ਰੌਪਦੀ ਮੁਰਮੂ। ਰਾਈਟ ਆਨਸਰ ਬੀ ਨਰਿੰਦਰ ਮੋਦੀ। ਇੱਕ ਇਤਿਹਾਸਕ ਘਟਨਾਕ੍ਰਮ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ 5 ਸਾਲ ਦੇ ਕਾਰਜਕਾਲ ਲਈ ਸ਼੍ਰੀ ਸੋਮਨਾਥ ਟਰੱਸਟ SST ਦਾ ਚੇਅਰਮੈਨ ਚੁਣਿਆ ਗਿਆ ਹੈ। ਟਰੱਸਟ ਦੇ ਚੇਅਰਮੈਨ ਲਈ 1 ਸਾਲ ਦੇ ਰਵਾਇਤੀ ਕਾਰਜਕਾਲ ਤੋਂ ਇੱਕ ਮਹੱਤਵਪੂਰਨ ਅਦਾਇਗੀ ਹੋਏਗੀ। ਗੁਜਰਾਤ ਦੇ ਚੈਰਿਟੀ ਕਮਿਸ਼ਨਰ ਦੁਆਰਾ ਮਨਜ਼ੂਰ ਕੀਤਾ ਗਿਆ ਇਹ ਫੈਸਲਾ ਵੇਰਾਵਲ ਦੇ ਨੇੜੇ ਪ੍ਰਸਿੱਧ ਸੋਮਨਾਥ ਮੰਦਰ ਦੇ ਪ੍ਰਬੰਧਨ ਵਿੱਚ ਨਿਰੰਤਰਤਾ ਅਤੇ ਅਗਵਾਈ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ। ਫਿਫਥ ਕੁਐਸਚਨ, ਸੰਯੁਕਤ ਰਾਸ਼ਟਰ ਵਿੱਚ 2024 ਤੋਂ 26 ਦੀ ਮਿਆਦ ਲਈ ਪ੍ਰਸ਼ਾਸਨਿਕ ਅਤੇ ਬਜਟ ਪ੍ਰਸ਼ਨਾਂ ACABQ ਦੀ ਸਲਾਹਕਾਰ ਕਮੇਟੀ ਵਿੱਚ ਸੇਵਾ ਕਰਨ ਲਈ ਕਿਸ ਨੂੰ ਦੁਬਾਰਾ ਚੁਣਿਆ ਗਿਆ? ਏ ਸੰਦੀਪ ਸਿੰਘ, ਬੀ ਦਿਨੇਸ਼ ਕੁਮਾਰ ਵਰਮਾ, ਸੀ ਸੁਰਿੰਦਰ ਅਦਾਨਾ, ਡੀ ਰਾਹੁਲ ਸਿੰਘ। ਸੀ ਸੁਰਿੰਦਰ ਅਦਾਨਾ। ਸੁਰਿੰਦਰ ਅਦਾਨਾ ਨੂੰ 2024 ਤੋਂ 26 ਦੀ ਮਿਆਦ ਲਈ ਸੰਯੁਕਤ ਰਾਸ਼ਟਰ ਵਿੱਚ ਪ੍ਰਸ਼ਾਸਕੀ ਅਤੇ ਬਜਟ ਪ੍ਰਸ਼ਨਾਂ ਦੀ ਸਲਾਹਕਾਰ ਕਮੇਟੀ ACABQ ਵਿੱਚ ਸੇਵਾ ਕਰਨ ਲਈ ਦੁਬਾਰਾ ਚੁਣਿਆ ਗਿਆ ਹੈ। ਸਿਕਸਥ ਕੁਐਸਚਨ, ਡੈਸ਼ ਦੀ ਆਪਣੀ 3 ਦਿਨਾਂ ਦੀ ਫੇਰੀ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਟੇਟ ਬੈਂਕ ਆਫ ਇੰਡੀਆ SBI ਦੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ। ਏ ਬੰਗਲਾਦੇਸ਼, ਬੀ ਸ਼੍ਰੀਲੰਕਾ ਵਿੱਚ, ਸੀ ਮਿਆਂਮਾਰ, ਡੀ ਨੇਪਾਲ। ਬੀ ਸ਼੍ਰੀਲੰਕਾ। ਸ਼੍ਰੀਲੰਕਾ ਦੀ ਆਪਣੀ 3 ਦਿਨਾਂ ਦੀ ਫੇਰੀ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤ੍ਰਿੰਕੋਮਾਲੀ ਵਿੱਚ ਭਾਰਤੀ ਸਟੇਟ ਬੈਂਕ SBI ਦੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ ਅਤੇ ਆਰਥਿਕ ਅਤੇ ਤਕਨਾਲੋਜੀ ਸੰਮੇਲਨ ਦੇ 12ਵੇਂ ਦੌਰ ਦੇ ਹਿੱਸੇ ਵਜੋਂ ਆਪਣੇ ਸ਼੍ਰੀਲੰਕਾਈ ਹਮਰੁਤਬਾ ਨਾਲ ਮਹੱਤਵਪੂਰਨ ਚਰਚਾ ਕੀਤੀ। ਕੇਨ ਮੈਟਿੰਗਲੀ ਕੌਣ ਸੀ ਅਤੇ ਉਹ ਪੁਲਾੜ ਖੋਜ ਦੇ ਸੰਦਰਭ ਵਿੱਚ ਕਿਸ ਲਈ ਜਾਣਿਆ ਜਾਂਦਾ ਹੈ? ਰਾਈਟ ਆਨਸਰ ਹੈ ਇੱਕ ਪੁਲਾੜ ਯਾਤਰੀ ਜੋ ਅਪੋਲੋ 13 ਪੁਲਾੜ ਯਾਨ ਦੀ
ਸੁਰੱਖਿਅਤ ਵਾਪਸੀ ਵਿੱਚ ਆਪਣੀ ਮੁੱਖ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਹੈ। ਨੁਕਸਾਨੇ ਗਏ ਅਪੋਲੋ 13 ਪੁਲਾੜ ਯਾਨ ਦੀ ਧਰਤੀ 'ਤੇ ਸੁਰੱਖਿਅਤ ਵਾਪਸੀ ਵਿੱਚ ਆਪਣੀ ਅਹਿਮ ਭੂਮਿਕਾ ਲਈ ਮਸ਼ਹੂਰ ਪੁਲਾੜ ਯਾਤਰੀ ਕੇਨ ਮੈਟੈਂਗਲੀ ਦੀ 87 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਪੁਲਾੜ ਖੋਜ ਵਿੱਚ ਉਸ ਦੇ ਯੋਗਦਾਨ ਜ਼ਮੀਨੀ ਅਤੇ ਪੰਧ ਦੋਵਾਂ ਨਾਸਾ ਦੇ ਇਤਿਹਾਸ ਵਿੱਚ ਇੱਕ ਮਿੱਟ ਛਾਪ ਛੱਡ ਗਏ ਹਨ। ਕਾਮਿਆਂ, ਵਿਦਿਆਰਥੀਆਂ ਅਤੇ ਪੇਸ਼ਾਵਰਾਂ ਦੀ ਆਵਾਜਾਈ ਦੀ ਸਹੂਲਤ ਲਈ ਭਾਰਤ ਨੇ ਹਾਲ ਹੀ ਵਿੱਚ ਕਿਸ ਦੇਸ਼ ਨਾਲ ਮੋਬਿਲਿਟੀ ਐਂਡ ਮਾਈਗ੍ਰੇਸ਼ਨ ਪਾਰਟਨਰਸ਼ਿਪ ਐਗਰੀਮੈਂਟ 'ਤੇ ਹਸਤਾਖਰ ਕੀਤੇ ਹਨ? A ਜਾਪਾਨ, B ਇਟਲੀ, C ਰੂਸ, D ਸਾਊਦੀ ਅਰਬ। ਆਪਸ਼ਨ B ਇਟਲੀ। ਭਾਰਤ ਅਤੇ ਇਟਲੀ ਦਰਮਿਆਨ ਮੋਬਿਲਿਟੀ ਅਤੇ ਮਾਈਗ੍ਰੇਸ਼ਨ ਪਾਰਟਨਰਸ਼ਿਪ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ। ਕਾਮਿਆਂ, ਵਿਦਿਆਰਥੀਆਂ ਅਤੇ ਪੇਸ਼ਾਵਰ ਦੀ ਆਵਾਜਾਈ ਲਈ ਸਹੂਲਤ ਲਈ ਭਾਰਤ ਅਤੇ ਇਟਲੀ ਦਰਮਿਆਨ ਮੋਬਿਲਿਟੀ ਅਤੇ ਮਾਈਗ੍ਰੇਸ਼ਨ ਪਾਰਟਨਰਸ਼ਿਪ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਉਹਨਾਂ ਨੇ ਭਾਰਤ ਇਟਲੀ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਬਾਰੇ ਵੀ ਗੱਲ ਕੀਤੀ ਹੈ। 9th ਕੁਐਸਚਨ, ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ NBA ਨੇ ਭਾਰਤ ਵਿੱਚ ਆਪਣਾ ਈ-ਕਾਮਰਸ ਪਲੇਟਫਾਰਮ NBA-store.in ਚਲਾਉਣ ਲਈ ਕਿਸ ਭਾਰਤੀ ਲਿਬਾਸ ਬ੍ਰਾਂਡ ਨਾਲ ਭਾਈਵਾਲੀ ਕੀਤੀ ਹੈ? A ਫੈਬ ਇੰਡੀਆ, B ਮੋਂਟੇ ਕਾਰਲੋ, C ਭਾਣੇ, D ਬੀਬਾ। C ਭਾਣੇ। ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ NBA ਨੇ ਭਾਰਤ ਵਿੱਚ ਆਪਣੀ ਈ-ਕਾਮਰਸ ਪਲੇਟਫਾਰਮ ਚਲਾਉਣ ਲਈ ਭਾਣੇ ਨੂੰ ਨਿਯੁਕਤ ਕੀਤਾ ਹੈ। NBA ਨੇ NBA-store.in ਨੂੰ ਸੰਚਾਲਿਤ ਕਰਨ ਲਈ ਭਾਣੇ ਪ੍ਰਾਈਵੇਟ ਲਿਮਟਿਡ, ਇੱਕ ਭਾਰਤੀ ਲਿਬਾਸ ਬ੍ਰਾਂਡ ਨਾਲ ਭਾਈਵਾਲੀ ਕੀਤੀ ਹੈ, ਜੋ ਭਾਰਤ ਵਿੱਚ ਅਧਿਕਾਰਤ NBA ਵਪਾਰੀਆਂ ਦੀ ਸਭ ਤੋਂ ਵੱਧ ਚੋਣ ਦੀ ਪੇਸ਼ਕਸ਼ ਕਰਦਾ ਹੈ। 10th ਕੁਐਸਚਨ, ਭਾਰਤ ਵਿੱਚ ਕੋਸਟਾ ਸਰੇਨਾ ਦੀ ਸ਼ੁਰੂਆਤੀ ਯਾਤਰਾ ਲਈ ਕਿਹੜਾ ਸ਼ਹਿਰ ਸ਼ੁਰੂਆਤੀ ਬਿੰਦੂ ਸੀ? A ਨਵੀਂ ਦਿੱਲੀ, B ਚੇਨਈ, C ਮੁੰਬਈ, D ਕੋਲਕਾਤਾ। C ਮੁੰਬਈ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਅਤੇ ਆਯੂਸ਼ ਲਈ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੁੰਬਈ ਤੋਂ ਦੇਸ਼ ਦੀ ਪਹਿਲੀ ਅੰਤਰਰਾਸ਼ਟਰੀ ਕਰੂਜ਼ ਲਾਈਨਰ ਕੋਸਟਾ ਸਰੇਨਾ ਦੀ ਸ਼ੁਰੂਆਤੀ ਯਾਤਰਾ ਦੀ ਸ਼ੁਰੂਆਤ ਕਰਕੇ ਭਾਰਤ ਦੇ ਕਰੂਜ਼ ਉਦਯੋਗ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕੀਤੀ। ਇਹ ਪ੍ਰਾਪਤੀ 2047 ਤੱਕ ਭਾਰਤ ਵਿੱਚ 5 ਮਿਲੀਅਨ ਕਰੂਜ਼ ਯਾਤਰੀ ਦੀ ਮੇਜ਼ਬਾਨੀ ਦੇ ਅਭਿਲਾਸ਼ੀ ਟੀਚੇ ਵੱਲ ਇੱਕ ਮਹੱਤਵਪੂਰਨ ਕਦਮ ਹੈ।